Hey guys, welcome back to our another video. This is Guru Lashar and if you are new then smash the subscribe button now video. So ਕੀ ਹਾਲ ਚਾਲ ਨੇ ਤੁਹਾਡੇ? I hope ਤੁਸੀਂ ਸਾਰੇ ਠੀਕ ਠਾਕ ਹੋਵੋਗੇ। So guys ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪਹਿਲਾਂ ਦੋ ਇੰਜਰਡ ਸੀ ਜੋ ਕਿ ਇੰਜਰਡ ਹੋ ਚੁੱਕੇ ਨੇ ਲਾਸਟ ਨਾਈਟ ਦੇ ਵਿੱਚ, ਜਿਸ ਦੇ ਵਿੱਚ ਪਹਿਲੇ ਤੇ ਇੰਜਰਡ ਹੋਏ ਸੀਗੇ ਬਿਗ ਈ, ਉਸ ਤੋਂ ਬਾਅਦ ਹੋਏ ਸੀ ਆਪਾਂ ਦੇਖਣ ਨੂੰ ਮਿਲਿਆ ਬੈਲੀ ਨੇ ਅਟੈਕ ਕਰ ਦਿੱਤੇ ਸਾਸ਼ਾ ਬੈਂਕਸ। ਸੋ ਉਸ ਤੋਂ ਬਾਅਦ ਸਾਸ਼ਾ ਬੈਂਕਸ ਵੀ ਇੰਜਰਡ ਹੋ ਚੁੱਕੇ ਸੀਗੇ। ਸੋ ਜਿਸ ਦੇ ਵਿੱਚ ਉਹਨਾਂ ਦੋਨਾਂ ਦੀ ਰਿਪੋਰਟ ਸਾਹਮਣੇ ਆ ਚੁੱਕੀ ਆ। ਸੋ ਪਿਗੀ ਦੇ ਮਤਲਬ ਥੋੜੀਆਂ ਬਹੁਤੀਆਂ ਸੱਟਾਂ ਲੱਗੀਆਂ ਨੇ, ਹਲੇ ਸਾਸ਼ਾ ਦਾ ਕੁਝ ਵੀ ਕਨਫਰਮ ਨਹੀਂ ਆਇਆ ਕਿ ਸਾਸ਼ਾ ਨੂੰ ਪ੍ਰੋਬਲਮ ਕੀ ਹੈ, ਮਤਲਬ ਕੋਈ ਇੰਜਰੀ ਤਾਂ ਨਹੀਂ ਹੋਈ ਉਹਨਾਂ ਨੂੰ, ਮਤਲਬ ਕੋਈ ਅੰਦਰੂਨੀ ਸੱਟ ਤਾਂ ਨਹੀਂ ਲੱਗੀ ਹੈ ਨਾ। ਸੋ ਉੱਥੇ ਰੂਮਰਸ ਇਹ ਵੀ ਕਹਿ ਰਹੇ ਆ ਕਿ ਸ਼ਾਇਦ ਸਾਸ਼ਾ ਬੈਂਕਸ ਮਤਲਬ ਕਿ ਨਾ ਵਾਪਸ ਆਉਣ, ਕਿ ਉਹ ਮਤਲਬ ਪ੍ਰੈਗਨੈਂਟ ਹੋਣਾ ਚਾਹੁੰਦੀਆਂ ਨੇ, ਇੱਕ ਮਾਂ ਬਣਨਾ ਚਾਹੁੰਦੀਆਂ ਨੇ। ਸੋ ਇਹ ਨਿਊਜ਼ ਹਲੇ ਕਨਫਰਮ ਨਹੀਂ ਕਿ ਪੂਰੀ ਅਫੀਸ਼ੀਅਲ ਨਹੀਂ ਹੋਈ, ਬਟ ਜਿਹੜੀ ਅਫੀਸ਼ੀਅਲ ਨਿਊਜ਼ ਇਹੀ ਆ ਕਿ ਜਿਹੜੀ ਸਾਸ਼ਾ ਬੈਂਕਸ ਆ ਉਹਨਾਂ ਦੀ ਜਿਹੜੀ ਰਿਪੋਰਟ ਗਈ ਹੋਈ ਆ ਤੇ ਉਹਦਾ ਹਲੇ ਕੋਈ ਰਿਜ਼ਲਟ ਨਹੀਂ ਆਇਆ। ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਰੇ ਮਿਸਟੀਰੀਓ ਦੀ। ਸੋ ਆਪਾਂ ਕੁਝ ਦਿਨ ਪਹਿਲਾਂ ਆਪਾਂ ਵੀਡੀਓ ਵਿੱਚ ਗੱਲ ਕੀਤੀ ਸੀ ਕਿ ਜਿਹੜੇ ਰੇ ਮਿਸਟੀਰੀਓ ਨੇ ਉਹ ਇੰਜਰਡ ਹੋ ਚੁੱਕੇ ਨੇ। ਸੋ ਆਪਾਂ ਨੂੰ ਇਹ ਲੱਗਦਾ ਸੀ ਕਿ ਸਟੋਰੀ ਲਾਈਨ ਦਾ ਸ਼ਾਇਦ ਕਿੱਸਾ ਹੈ ਜਾਂ ਰਿਐਲਿਟੀ ਆ, ਇਹਦੇ ਵਿੱਚ ਸ਼ੋਰ ਨਹੀਂ ਸੀਗੀ। ਸੋ ਜਿਸ ਦੇ ਵਿੱਚ ਉਹਨਾਂ ਨੇ ਇੱਕ ਇੰਸਟਾ ਪੋਸਟ ਪਾ ਕੇ ਜਿਸ ਵਿੱਚ ਮਤਲਬ ਵੀਡੀਓ ਸੀਗੀ, ਜਿਸ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਰੇ ਮਿਸਟੀਰੀਓ ਦੇ ਮਤਲਬ ਉਹ ਇੱਕ ਇੰਜੈਕਸ਼ਨ ਲੱਗ ਰਿਹਾ ਸੀ ਕਿ ਹੁਣ ਮਤਲਬ ਪਾਕੀ ਸ਼ੋਰ ਹੋ ਗਿਆ ਕਿ ਜਿਹੜੇ ਰੇ ਮਿਸਟੀਰੀਓ ਨੇ ਉਹ ਇੰਜਰਡ ਨੇ। ਸੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਰੇ ਮਿਸਟੀਰੀਓ ਦੇ ਨਾਲ ਉੱਤੇ ਕਿ ਰੇ ਮਿਸਟੀਰੀਓ ਤੇ ਡੋਮਿਨਿਕ ਮਿਸਟੀਰੀਓ ਆਪਾਂ ਨੂੰ ਜਲਦੀ ਹੀ ਐਜ਼ ਅ ਟੈਗ ਟੀਮ ਮਤਲਬ ਕਿ ਦੋਨੇ ਲਾਈਕ ਅ ਫਾਦਰ ਲਾਈਕ ਅ ਸਨ ਉਹ ਚੀਜ਼ ਦੇਖਣ ਨੂੰ ਮਿਲੇਗੀ। ਬਟ ਇਹ ਚੀਜ਼ ਪਹਿਲੀ ਵਾਰ ਨਹੀਂ ਹੋ ਰਹੀ, ਕਿ ਪਿੱਛੇ ਵੀ ਬਹੁਤ ਵਾਰੀ ਹੋ ਚੁੱਕਿਆ ਆ। ਸੋ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਚੈਂਪੀਅਨਸ਼ਿਪ ਦੀ, ਜੋ ਆਪਾਂ ਨੂੰ ਪਤਾ ਹੈ ਕਿ ਕਲੈਸ਼ ਆਫ ਚੈਂਪੀਅਨ ਦੇ ਵਿੱਚ ਆਪਾਂ ਨੂੰ ਦੋ ਵੱਡੀਆਂ ਮਤਲਬ ਮੈਚਸ ਦੇਖਣ ਨੂੰ ਮਿਲਣਗੇ, ਜਿਸ ਦੇ ਵਿੱਚ ਡਰੂ ਮੈਕਇੰਟਾਇਰ ਵਰਸਸ ਰੈਂਡੀ ਆਰਟਨ ਫॉर WWE ਚੈਂਪੀਅਨਸ਼ਿਪ। ਉਸ ਤੋਂ ਬਾਅਦ ਗੱਲ ਕਰਦੇ ਹਾਂ ਰੋਮਨ ਰੇਂਸ ਵਰਸਸ ਜੇ ਉਸੋ। ਤੇ ਤੁਹਾਨੂੰ ਪਤਾ ਹੀ ਹੈ ਜੇ ਉਸੋ ਤੁਹਾਨੂੰ ਦੱਸਿਆ ਸੀ ਕਿ ਰੋਮਨ ਰੇਂਸ ਦੇ ਕਜ਼ਨ ਬ੍ਰਦਰ ਨੇ। ਸੋ ਜਿੱਥੇ ਉਹਨਾਂ ਦਾ ਚੈਂਪੀਅਨਸ਼ਿਪ ਆ ਯੂਨੀਵਰਸਲ ਦੀ ਲਈ, ਸੋ ਜਿੱਥੇ ਕਿ ਆਪਾਂ ਨੂੰ ਹੁਣ ਮੰਡੇ ਨਾਈਟ ਰੋ ਦੇ ਦੇਖਣ ਨੂੰ ਮਿਲ ਸਕਦਾ ਕਿ ਜਿਹੜੇ ਡਰੂ ਮੈਕਇੰਟਾਇਰ ਨੇ ਉਹ ਵਾਪਸ ਆ ਜਾਣ, ਕਿਉਂਕਿ ਉਹ ਆਪਾਂ ਨੂੰ ਪਤਾ ਹੈ ਕਿ ਕੁਝ ਵੀਕ ਪਹਿਲਾਂ ਉਹ ਇੰਜਰਡ ਹੋ ਚੁੱਕੇ ਸੀਗੇ ਉਹ ਵੀ, ਕਿਉਂਕਿ ਰੈਂਡੀ ਆਰਟਨ ਔਨ 3 ਪੁਆਇੰਟ ਡਰੂ ਮੈਕਇੰਟਾਇਰ ਮੰਡੇ ਨਾਈਟ ਦੀ ਰੋਲ ਵਿੱਚ। ਸੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ WWE ਦੀ ਕੁਝ ਮਤਲਬ ਇਦਾਂ ਆ ਕਿ WWE ਦੇ ਕੁਝ ਸੁਪਰਸਟਾਰ ਜਿਹੜੇ ਨੇ ਕਿ ਉਹ ਮਤਲਬ ਕਿ ਜਿਹੜਾ WWE ਦਾ ਨਾਮ ਆ ਯੂਜ਼ ਕਰਦੇ ਨੇ ਮਤਲਬ ਅਲੱਗ-ਅਲੱਗ ਪਲੇਟਫਾਰਮ ਦੇ ਉੱਤੇ, ਜਿੱਦਾਂ ਟਵਿਚ ਦੇ ਉੱਤੇ, ਜਿੱਦਾਂ ਹੋਰ ਵੀ ਮਤਲਬ ਸੋਸ਼ਲ ਮੀਡੀਆ ਮਤਲਬ ਪਲੇਟਫਾਰਮਸ ਨੇ, ਤੁਹਾਨੂੰ ਪਤਾ ਹੀ ਨਹੀਂ ਜ਼ਿਆਦਾ। ਸੋ ਜਿਸ ਦੇ ਵਿੱਚ ਉਹ ਅਲੱਗ-ਅਲੱਗ ਬ੍ਰਾਂਡ ਦੀ ਪ੍ਰੋਮੋਸ਼ਨ ਕਰਦੇ ਨੇ ਜੋ ਕਿ WWE ਦੇ ਨਾਲ ਲਿੰਕਡ ਨਹੀਂਗੇ। ਸੋ WWE ਨੂੰ ਇਹ ਬਹੁਤ ਚੀਜ਼ ਮਤਲਬ ਪਸੰਦ ਨਹੀਂ ਆ ਰਹੀ, ਕਿਉਂਕਿ ਜਿੱਦਾਂ AJ ਸਟਾਈਲ ਨੇ ਕਿ ਉਹਨਾਂ ਨੇ ਟਵਿਚ ਦੇ ਉੱਤੇ ਕਹਿਤਾ ਸੀ ਕਿ ਉਹਨਾਂ ਨੂੰ ਕਰੋਨਾ ਵਾਇਰਸ ਹੈ, ਜਿਸ ਦੇ ਕਰਕੇ ਮਤਲਬ WWE ਇਸ ਚੀਜ਼ ਤੋਂ ਮਤਲਬ ਬਹੁਤ ਜ਼ਿਆਦਾ ਡਿਸਪਾਇੰਟਡ ਆ ਕਿ ਇਹ ਨਿਊਜ਼ ਕਾਹਦੋਂ ਲੀਕ ਕਰਦੇ ਹਨ। ਸੋ ਉਸ ਤੋਂ ਬਾਅਦ ਜਿੱਦਾਂ ਕਿ ਲਾਨਾ ਨੇ ਵੀ ਇਦਾਂ ਦੀਆਂ ਬਹੁਤ ਚੀਜ਼ਾਂ ਕੀਤੀਆਂ, ਉਹਨਾਂ ਨੇ ਇੱਕ એનર્ਜੀ ਡਰਿੰਕ ਨੂੰ ਪ੍ਰਮੋਟ ਕੀਤਾ ਸੀਗਾ। ਸੋ ਉੱਥੇ ਹੀ ਮਤਲਬ WWE ਇਸ ਬਾਰੇ ਸੋਚ ਰਹੀ ਸੀ, ਇਦਾਂ ਰੂਮਰਸ ਆ ਰਹੇ ਸੀ ਕਿ ਹਾਂ ਕਿ ਜਿੱਦਾਂ ਹੁਣ ਨੇਮ ਯੂਜ਼ ਕਰਦੇ ਆ ਕਿ WWE ਪੇਜ, WWE ਲਾਨਾ। ਸੋ ਇਸ ਦੇ ਕਰਕੇ ਜਿੱਦਾਂ ਕਿ ਹੁਣ ਜਿਹੜਾ ਵੀ ਆ WWE ਨੇ ਉਹਨਾਂ ਨੇ ਇਹੀ ਕਿਹਾ ਕਿ ਜਿੰਨਾ ਚਿਰ ਵੀ ਸਾਡੇ ਕੰਟਰੈਕਟ ਦੇ ਵਿੱਚ ਹੋ, ਸੋ ਉਸ ਦੇ ਵਿੱਚ ਤੁਸੀਂ ਮਤਲਬ ਕੋਈ ਹੋਰ ਵੀ ਪਲੇਟਫਾਰਮ ਯੂਜ਼ ਨਹੀਂ ਕਰ ਸਕਦੇ, ਕਿਉਂਕਿ ਉਹ ਮਤਲਬ ਇਹਨਾਂ ਅਲਾਉ ਨਹੀਂ ਕਰਦੇ ਹਨਾ। ਉਹਨਾਂ ਨੂੰ ਹੁਣ ਇੱਕ ਕੰਟਰੈਕਟ ਦਿੱਤਾ ਗਿਆ ਨਵਾਂ, ਇੱਕ ਲੈਟਰ, ਸੋ ਜਿਸ ਦੇ ਵਿੱਚ ਇਹ ਸਾਰੀਆਂ ਗੱਲਾਂ ਹੋ ਚੁੱਕੀਆਂ। ਬਟ ਯਾਰ ਇਹ ਇਹਨਾਂ ਦੀ ਆਪਣੀ ਮਤਲਬ ਲਾਈਫ ਵੀ ਆ ਯਾਰ। ਹੁਣ ਜਿੱਦਾਂ ਪੇਜ ਆ ਤੇ AJ ਸਟਾਈਲ ਨੇ, ਸੋ ਟਵਿਚ ਮਤਲਬ ਟਵਿਚ ਦੇ ਉੱਤੇ ਸਟ੍ਰੀਮ ਕਰਦੇ ਆ ਹਨਾ। ਸੋ ਉੱਥੇ ਮਤਲਬ ਨਵੇਂ ਸਪਾਂਸਰਸ ਲੈਂਦੇ ਆ ਆਪਣੇ। ਸੋ ਇਹ ਚੀਜ਼ ਗਲਤ ਹੈ ਕਿ ਯਾਰ ਬੰਦਾ ਵਿਹਲਾ ਰਹਿ ਕੇ ਮਤਲਬ ਆਪਣੇ ਘਰੇ ਰੂਮ ਦੇ ਵਿੱਚ ਸ਼ਾਂਤੀ ਨਾਲ ਚਲੋ ਹਾਂ ਪਲੇਟਫਾਰਮ ਆ ਉਹ ਵੀ ਯੂਜ਼ ਕਰਦਾ। ਸੋ ਇਹ ਮੈਨੂੰ ਬਹੁਤ ਗਲਤ ਚੀਜ਼ ਲੱਗੀ। ਉਹਦੀ ਗੱਲ ਕਰਦੇ ਆ ਆਪਾਂ AOP ਦੀ। ਤਾਂ ਤੁਹਾਨੂੰ ਪਤਾ ਹੀ ਹੈ ਕਿ AOP ਬਹੁਤ ਜ਼ਿਆਦਾ ਸਟਰੋਂਗ ਆ ਇੱਕ ਟੈਗ ਟੀਮ। ਸੋ ਜੋ ਮਤਲਬ ਜਦੋਂ ਉਹਨਾਂ ਨੇ ਡੈਬਿਊ ਕੀਤਾ ਸੀ WWE ਦੇ ਵਿੱਚ, ਸੋ ਉੱਥੇ ਹੀ ਉਹਨਾਂ ਨੇ ਆਉਂਦੇ ਸਾਰੇ ਮਤਲਬ ਆਪਣਾ ਟਾਈਟਲ ਜਿੱਤ ਲਿਆ ਸੀਗਾ। ਸੋ ਉੱਥੇ ਹੀ ਮਤਲਬ NXT ਦੇ ਵਿੱਚ ਵੀ ਉਹ ਬਹੁਤ ਜ਼ਿਆਦਾ ਸਟਰੋਂਗ ਹੋ ਗਏ ਸੀ। ਮੈਨੂੰ ਨਹੀਂ ਪਤਾ ਇਹਨਾਂ ਦੇ ਨਾਲ ਕੀ ਹੋਇਆ ਕਿ WWE ਇਹਨੂੰ ਪੁਸ਼ ਕਰਨਾ ਹਟ ਦਿੱਤਾ। ਸੋ ਮੈਨੂੰ ਜਿਸ ਤੱਕ ਇਹ ਲੱਗਦਾ ਕਿ ਯਾਰ ਜਿੰਨੇ ਵੀ NXT ਦੇ ਨਵੇਂ ਪਲੇਅਰ ਆਉਂਦੇ ਆ ਉਹਨਾਂ ਤੋਂ ਬਹੁਤ ਹੀ ਘੱਟ ਲੋਕਾਂ ਨੂੰ ਮਤਲਬ ਘੱਟ ਸੁਪਰਸਟਾਰ ਨੂੰ ਪੁਸ਼ ਮਿਲਦੀ ਆ। ਸੋ ਜਿੱਥੇ ਕਿ ਆਪਾਂ ਨੂੰ ਆਹ ਦੇਖਣ ਨੂੰ ਮਿਲਦੇ ਮਤਲਬ ਬਹੁਤ ਸਾਰੇ ਸੁਪਰਸਟਾਰ ਨੂੰ ਯਾਰ, ਹੁਣ ਕਿਹਦਾ ਨਾਮ ਲਵਾਂ, ਤੁਹਾਨੂੰ ਵੀ ਦੇਖਣ ਨੂੰ ਮਿਲਦੇ ਆ। ਸਿਰਫ ਇੱਥੇ ਹੁਣ ਅੰਦਰਾਰੀ ਨੂੰ ਮਿਲ ਰਿਹਾ ਆ ਪੁਸ਼ ਹਨਾ, ਐਂਜਲ ਗਾਰਜ਼ਾ। ਸੋ ਉੱਥੇ ਮਤਲਬ ਕੁਝ ਹੋਰ ਸੁਪਰਸਟਾਰਸ ਨੇ ਜਿੱਦਾਂ ਕਿ ਰਿਕਿਸ਼ੀ, ਉਹਨਾਂ ਨੂੰ ਪੁਸ਼ ਨਹੀਂ ਮਿਲ ਰਿਹਾ। ਜਦੋਂ ਸਟਾਰਟਿੰਗ ਚ ਆਈ ਸੀ ਜਿੱਦਾਂ ਅਲੈਕਜ਼ਾ ਬਲੈਕ, ਜਦੋਂ ਸਟਾਰਟਿੰਗ ਚ ਆਈ ਸੀ ਕਿੰਨਾ ਜ਼ਿਆਦਾ ਪੁਸ਼ ਸੀ। ਫਿਨ ਬੈਲਰ ਸੋ ਸਟਾਰਟਿੰਗ ਦੇ ਵਿੱਚ ਥੋੜਾ ਟਾਈਮ ਹੀ ਰਹਿੰਦਾ, ਬਾਅਦ ਚ ਉਸ ਤੋਂ ਬਾਅਦ ਪਤਾ ਨਹੀਂ ਕਾਹਤੋਂ ਕਰ ਦਿੰਦੀ, ਮੈਨੂੰ ਨਹੀਂ ਪਤਾ। ਸੋ ਉੱਥੇ ਹੀ ਹੁਣ AOP ਨੂੰ WWE ਨੇ ਰਿਲੀਜ਼ ਕਰ ਦਿੱਤਾ ਆ, ਮੈਨੂੰ ਨਹੀਂ ਪਤਾ ਕੀ ਰੀਜ਼ਨ ਆ ਕੀ ਨਹੀਂ। ਸੋ ਜਿੱਥੇ ਮੈਨੂੰ ਲੱਗਦਾ ਕਿ WWE ਨੂੰ ਇਹ ਲੱਗਦਾ ਕਿ AOP ਉਹਨਾਂ ਲਈ ਮਤਲਬ ਹੁਣ ਹੋਰ ਵੀ ਕੁਝ ਕਰ ਨਹੀਂ ਸਕਦੇ, ਕਿਉਂਕਿ AOP ਹੁਣ ਜੇ ਆਈ ਸੀ ਸੈਥ ਰੋਲਿੰਸ ਦੇ ਨਾਲ।
सो उत्थे बहुत ज्यादा मतलब हाइप सी यार कि एओपी ने तगड़े बंदे है ना, नाल सेथ रॉलिंस हो गए, मतलब उदे गुंडे लग रहे थे। बट हुण फाइनली एओपी रिलीज की जिस दे उत्ते केविन ओवंस ने रिएक्शन किया कि केविन ओवंस शाउट ने, केविन ओवंस कहंदा कि मैनूं बहुत वधिया लगा सी तुहाडे नाल काम करके, ते मैं चाहुंदा सी कि मैं अपना बदला लवां तुहाडे नाल, ते मैनूं इदां दा मौका नहीं मिलिया। मैं होप करदा कि आपां नूं फ्यूचर दे विच ਇਹ ਚੀਜ਼ ਕਰਨ ਨੂੰ ਮਿਲਦੀ ਹੈ। ਵੱਡੀ ਖਬਰ ਵੱਲ ਵਧਦੇ ਹਾਂ ਜਿਸ ਦੇ ਵਿੱਚ ਸੀਗੇ ਸੀਐਮ ਪੰਕ ਦੇ ਉੱਤੇ। ਸੋ ਸੀਐਮ ਪੰਕ ਨੂੰ ਮਤਲਬ ਆਪਾਂ ਨੂੰ ਪਤਾ ਸੀਐਮ ਪੰਕ ਬਹੁਤ ਟਾਈਮ ਤੋਂ ਮਤਲਬ ਕੁਝ ਸਾਲ ਹੀ ਹੋ ਗਏ ਹੁਣ ਤਾਂ, ਜਿਸ ਦੇ ਵਿੱਚ ਆਪਾਂ ਨੂੰ ਹਰੇਕ ਟਾਈਮ ਨਿਊਜ਼ ਮਿਲਦੀ ਸੀ ਕਿ ਹਾਂ ਸੀਐਮ ਪੰਕ ਵਾਪਸ ਆਉਣਗੇ, ਰਿਟਰਨ ਕਰਨਗੇ ਰਿੰਗ ਦੇ ਵਿੱਚ, WWE ਦੇ ਵਿੱਚ ਕਰਨਗੇ ਰਿਟਰਨ। ਸੋ ਜਿਸ ਦੇ ਵਿੱਚ ਹੁਣ ਫਾਈਨਲੀ ਆ ਚੁੱਕਿਆ ਹੈ। ਇੱਕ ਫੈਨ ਨੇ ਉਹਨਾਂ ਨੂੰ ਮਤਲਬ बोलिया कि यार सीएम पंक तू किन्ने टाइम तो करें कि मैं वापस आना वापस आना वापस आना, बट तू आ नहीं रहा कि किते तू ऐसे गल्लां दे करके तू किते ज्यादा बुढ़ा ना हो जमी, या मतलब तेरी एज ना लंघ जमी है ना, कि तू लड़न जोगा ना रहे बाद तू बहुत लेट हो जमी पछतावे बाद कि यार आ की हो गया कि मैं मतलब होना आया है ना इन्ने टाइम बाद। सो जिदा कि लाइक एज है ना तुहानूं पता है। सो उत्थे मतलब सीएम पंक ने यार मैं तुहानूं की दस्सां कि मतलब बहुत गाली गलोच कीती, मतलब गालां कड्ढियां कि मैं हले भी कहते स्ट्रोंग हाँ, तो मैं हले भी यंग हाँ कि मैं इन्नी फाइट कर सकता। सो मेरे जिथे तक लगता कि शायद सीएम पंक भी इस बार सोचणगे या वो अपने आप को हले भी यंग समझते नहीं कि हाँ कि अज भी मतलब एक यंग ने। उत्थे मतलब आप ब्रॉक लेसनर की गल करते सी कि ब्रॉक लेसनर WWE तो तुहानूं पता फ्री हो चुके हैं है ना, तो उत्थे मतलब अपन ये कि शायद AEW जाने, क्योंकि AEW के चैंपीयन TNT के सो वो भी उन्होंने चैलेंज कर रहे हैं, क्रिस जेरिको भी उन्होंने चैलेंज कर रहे हैं। सो उत्थे अपन ये सी कि जो UFC के मतलब चेयरमैन ने बोलिया सी कि जिहड़े ब्रॉक लेसनर ने कि वो तगड़े ने ना तुहानूं दस्सिया सी। सो उस तो बाद अपन सी कि हाँ जिहड़ी हुण UFC नेक्स्ट होगी उस विच ब्रॉक लेसनर अपन देखने को मिलना कि, बट जो रिजल्ट आए मतलब कि एक उन्हां दा हुंदा मेडिकल टेस्ट कि हाँ वो बंदा तकड़ा हैगा कि वो हाँ फाइट कर सके, क्योंकि तुहानूं पता रियल फाइट हुंदी आ। सो जिस दे विच ब्रॉक लेसनर का कोई नाम नहीं सीगा। सो हले इदां ही आ कि ब्रॉक लेसनर हले भी यूनिवर्स उत्थे UFC विच भी नहीं गए, सो हले भी वो फ्री ने। सो मैं जिद्दां लगदा कि ब्रॉक लेसनर आपां नूं जल्दी ही WWE दे विच देखण नूं मिलणगे, क्योंकि मतलब उत्ते ते गल करदे चलो। सो उस तो बाद गल करदे आपां रोमन रिंग्स दे उत्ते ते उन्हां दे ब्रदर JS दे। तुहानूं पता ही है कि JS दे कोल अपॉर्चुनिटी है नहीं सी, वो पिकी नूं मतलब अटैक किया गया तो उत्थे उन्हां नूं इंजरी हुई, ते उस तो बाद जिहड़े JS उन्हां नूं एंटर किया गया मैच विच। सो रियल रीजन मतलब जो फाइट हुंदी है ते JS जितदे आ, तुहानूं पता पिछले बैकस्टेज ते भी आके उन्हां नूं थैंक यू कहंदे आ, ते रोमन रिंग्स उन्हां नूं ये भी कहंदे कि तू अपने दम ते जितूंगा जे जितना था, ते उस तो बाद जो JS जित जांदे आ अपॉर्चुनिटी। सो इन्हों रियल मतलब ये रियल रीजन इहदा यही है जिताउण दा उन्हां नूं कि एक तो मतलब जी WWE की TRP जिदा मतलब थोड़ी डाउन हुई है, जो रेटिंग्स है ना, सो वो करके मतलब कि उन्होंने हाइप काम ते है ना, सो वो थोड़ा इन्होंने काम किया कि मतलब कि भरा मैं चलाया है ना, तो तुहानूं पता है कि जो रोमन रिंग्स आ JS दा ब्रदर आ, तुहानूं दस्सिया मैं, तो उन्होंने मतलब जो दोनों आमने सामने होणगे तो बहुत ज्यादा मतलब हाँ यार रोमन रिंग्स जितूगा या भरा जितूगा, तुहानूं पता ही है ना। ते उत्थे मतलब ये भी न्यूज़ आ रही है कि रोमन रिंग्स का जिहड़ा आ टाइटल आ यूनिवर्सल ये बहुत लंबा चलण वाला आ, जिस दे विच मतलब कि आपां नूं रेसलमेनिया तक ये चलदा दिसूगा। सो उस तो बाद भी हले कोई न्यूज़ नहीं, मतलब रेसलमेनिया तक तो ये श्योरली जितू मतलब चलूगा ही। ते उत्थे ही मतलब तुहानूं पता है JS मतलब ये फर्स्ट अपॉर्चुनिटी आ इन्नी वड्डी, तुहानूं पता है JS टैग टीम के अलावा कोई भी चैंपीयनशिप जिते नहीं है। सो जिथे तक लगता है मतलब कि यह कि ਜਿਹੜੇ JS ਨੂੰ ਜਿੱਤਣਗੇ ਨਹੀਂ, क्योंकि मतलब बड़ा मतलब मैच हो सकता रोमन रिंग्स दे लिए टक्कर वाला हो सकता, बट यही श्योर है कि रोमन रिंग्स ही जितणगे। सो उस बाद गल करते हैं आप रैंडी ऑर्टन वर्सेस ड्रू मैकिंटायर। रैंडी ऑर्टन वर्सेस ड्रू मैकिंटायर ये भी है कि शायद रैंडी ऑर्टन इस बारी फिर दोबारा हार जाए या कोई डिस्क्वालिफिकेशन हो जाए या कुछ होर, मतलब कि रैंडी ऑर्टन मतलब शायद जितन नहीं इस बारी भी, मतलब पक्के चांस नहीं गए कि कह दिए कि हाँ ये अपना प्रेडिक्शन रख दी कि हाँ रैंडी ऑर्टन ही जितणगे, मतलब कुछ के चांस है कि हाँ रैंडी ऑर्टन जित सकते, क्योंकि रैंडी ऑर्टन हुण दोबारा कमबैक मतलब उदा दे स्ट्रॉन्ग दिखाया जा रहा है। उस तो बाद गल करते हैं आप मंडे नाइट रॉ जो कि कल होनी है, जिस बहुत ज्यादा मतलब एक्साइटमेंट सा। सो जिस रैंडी ऑर्टन देखने को मिल सकते हैं फर्स्ट ऑफ ऑल, क्योंकि रैंडी ऑर्टन ही नंबर 1 कंटेंडर ने, तुहानूं पता है। सो जिस ड्रू मैकिंटायर वापस आउंदे देख सकते हैं। सो उस बाद गल करते हैं आप मर्फी वर्सेस सेथ रॉलिंस, जिद्दां तुहानूं पता है कि सेथ रॉलिंस ने मतलब मर्फी नूं मतलब जलील करता सी,
ਕੱਲ ਦਿੱਤਾ ਸੀ ਅੰਦਰ। ਸੋ ਸ਼ਾਇਦ ਆਪਾਂ ਨੂੰ ਉੱਥੇ ਮਰਫੀ ਦੇਖਣ, ਸ਼ਾਇਦ ਡੋਮਿਨਿਕ ਮਿਸਟੀਰੀਓ ਉੱਥੇ ਆ ਜਾਣ, ਉੱਥੇ ਸੈਥ ਰੋਲਿੰਸ ਨਾਲ ਲੜਨ, ਕੁਝ ਵੀ ਇਦਾਂ ਦੀ ਗੱਲ ਕਰਦੇ ਆਪਾਂ ਰੈਸਟ੍ਰੀਬਿਊਸ਼ਨ ਦੀ। ਤੁਹਾਨੂੰ ਪਤਾ ਹੈ ਕਿ ਰੈਸਟ੍ਰੀਬਿਊਸ਼ਨ ਮਤਲਬ ਹੁਣ ਆਪਾਂ ਨੂੰ ਮਤਲਬ ਰੈਸਟ੍ਰੀਬਿਊਸ਼ਨ ਦਾ ਇਸ ਟਾਈਮ ਬਹੁਤ ਜ਼ਿਆਦਾ ਮਤਲਬ ਖੌਫ ਆ WWE ਦੇ ਵਿੱਚ। ਸੋ ਜਿਸ ਦੇ ਵਿੱਚ ਰੈਸਟ੍ਰੀਬਿਊਸ਼ਨ ਦੇ ਉੱਤੇ ਮਤਲਬ ਗੱਲ ਇਹ ਹੋ ਰਹੀ ਹੈ ਕਿ ਰੋਮਨ ਰਿੰਗਸ ਉਹਨਾਂ ਦੇ ਲੀਡਰ ਨੇ। ਸੋ ਉੱਥੇ ਹੀ ਰੈਸਟ੍ਰੀਬਿਊਸ਼ਨ ਦੀ ਲਾਸਟ ਵੀਕ ਤੁਹਾਨੂੰ ਮੈਂ ਦੱਸਿਆ ਸੀ ਕਿ ਰੈਸਟ੍ਰੀਬਿਊਸ਼ਨ ਸਮੈਕਡਾਊਨ ਦੇ ਵਿੱਚ ਦੇਖਣ ਨੂੰ ਨਹੀਂ ਮਿਲੀ, ਜਿਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਕਿ ਸਮੈਕਡਾਊਨ ਦੇ ਵਿੱਚ ਸੱਚੀ ਨਹੀਂ ਆ ਰਹੀ ਉਹ। ਸੋ ਕੱਲੀ ਰॉ ਦੇ ਵਿੱਚ ਹੀ ਆਇਆ ਕਰੇਗੀ ਰੈਸਟ੍ਰੀਬਿਊਸ਼ਨ। ਸੋ ਜਿਸ ਦੇ ਵਿੱਚ ਮਤਲਬ ਕੀ ਚੀਜ਼ ਹੈ, ਮਤਲਬ ਰੈਸਟ੍ਰੀਬਿਊਸ਼ਨ ਦਾ ਜਿਹੜਾ ਜੇ ਖੌਫ ਰੱਖਣਾ ਸੀ ਦੋਨੋਂ ਸਾਈਡ ਰੱਖਦੇ ਹਨਾ, ਸਮੈਕਡਾਊਨ ਤੇ ਵੀ ਰॉ ਦੇ ਵਿੱਚ ਵੀ। ਸੋ ਉਸ ਦੇ ਵਿੱਚ ਇਹ ਵੀ ਕਹਿ ਰਹੇ ਕਿ ਰੋਮਨ ਰਿੰਗਸ ਲੀਡਰ ਨਹੀਂ ਹੋ ਸਕਦੇ, ਲੀਡਰ ਰੋਮਨ ਰਿੰਗਸ ਜੇ ਹੁੰਦੇ ਤੇ ਰੋਮਨ ਰਿੰਗਸ ਮਤਲਬ ਉਹ ਬ੍ਰਾਂਡ ਤੇ ਹੀ ਹੁੰਦੀ। ਬਟ ਇਦਾਂ ਦਾ ਹਲੇ ਕੁਝ ਵੀ ਸ਼ੋਰ ਨਹੀਂਗਾ ਕਿ ਮਤਲਬ ਇਦਾਂ ਜਲਦੀ ਖੁਲਾਸਾ ਹੋਣ ਵਾਲਾ ਹੀ ਆ, ਜਿੱਥੇ ਤੱਕ ਮੈਨੂੰ ਲੱਗਦਾ ਹੈ, ਕਿਉਂਕਿ ਬਹੁਤ ਜ਼ਿਆਦਾ ਹੁਣ ਐਕਸਾਈਟਮੈਂਟ ਆ ਲੋਕ, ਮਤਲਬ ਜਿੰਨੇ ਵੀ ਫੈਨਸ ਨੇ ਉਹਨਾਂ ਦੀ ਐਕਸਾਈਟਮੈਂਟ ਉਹ ਮਤਲਬ ਉਹਨਾਂ ਤੇ ਕੰਟਰੋਲ ਨਹੀਂ ਹੋਣਾ। ਸੋ ਜਾਂ ਤਾਂ ਜੀ ਮਤਲਬ ਜਿਹੜਾ ਖੁਲਾਸਾ ਹੈ ਉਹਦਾ ਬਹੁਤ ਹੀ ਖਾਸ ਹੋਊਗਾ, ਜਾਂ ਤਾਂ ਬੜਾ ਬਕਵਾਸ ਹੋਊਗਾ। ਸੋ ਉਸ ਤੋਂ ਬਾਅਦ ਕਿਹਦੀ ਗੱਲ ਕਰਦੇ ਆਪਾਂ ਕੈਵਿਨ ਨੋਵਲਸ ਦੀ। ਤੁਹਾਨੂੰ ਪਤਾ ਹੈ ਕਿ ਅਲੈਕਸਾ ਬਲੈਕ ਦੇ ਨਾਲ ਉਹਦੇ ਥੋੜੇ ਜਿਹੇ ਵਿਵਾਦ ਚੱਲ ਰਹੇ ਨੇ, ਜਿਸ ਦੇ ਵਿੱਚ ਜਦੋਂ ਅਲੈਕਸਾ ਬਲੈਕ ਬੈਕ ਆਈ ਸੀ ਉਹਨਾਂ ਨੇ ਕੈਵਿਨ ਨੋਵਲਸ ਤੇ ਅਟੈਕ ਕਰ ਦਿੱਤਾ ਸੀ। ਉਸ ਤੋਂ ਬਾਅਦ ਲਾਸਟ ਵੀਕ ਕੈਵਿਨ ਨੋਵਲਸ ਨੂੰ ਓਪਰਚੁਨਿਟੀ ਮਿਲੀ ਸੀ WWE ਟਾਈਟਲ ਦੇ ਲਈ ਫਾਈਟ ਕਰਨ ਦੇ ਲਈ, ਬਟ ਉੱਥੇ ਵੀ ਕੈਵਿਨ ਨੋਵਲਸ ਦੇ ਉੱਤੇ ਅਟੈਕ ਕੀਤਾ ਗਿਆ ਅਲੈਕਸਾ ਬਲੈਕ ਦੇ ਉੱਤੇ, ਤੇ ਉਸ ਦੇ ਨਾਲ ਹੀ ਰੈਂਡੀ ਆਰਟਨ ਨੇ ਉਹਨਾਂ ਨੂੰ ਆਰਕਿਓ ਪਾ ਕੇ ਤੇ ਆਪਣੀ ਜਿੱਤ ਹਾਸਲ ਕੀਤੀ ਤੇ ਕੈਵਿਨ ਨੋਵਲਸ ਨੂੰ ਬਹੁਤ ਵੱਡੀ ਹਾਰ ਮਿਲੀ ਸੀ, ਜਿਸ ਦੇ ਵਿੱਚ ਆਪਾਂ ਨੂੰ ਕੱਲ ਹੁਣ ਫਾਈਨਲੀ ਇਹਨਾਂ ਦੇ ਮਤਲਬ ਜਿਹੜੀ ਫਲੂਟ ਹੋ ਚੁੱਕੀ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਰॉ ਵਿਮਨਸ ਚੈਂਪੀਅਨਸ਼ਿਪ ਦੇ ਉੱਤੇ, ਜਿਸ ਵਿੱਚ ਤੁਹਾਨੂੰ ਪਤਾ ਹੀ ਆ ਕਿ ਆਸਕਾ ਮਤਲਬ ਬੋਲਦੇ ਨੇ ਕਿ ਨੋ ਵਨ ਰੈਡੀ ਫॉर ਆਸਕਾ, ਕਿ ਮੇਰੇ ਮੋੜੇ ਕੋਈ ਖੜ ਨਹੀਂ ਸਕਦਾ। ਤੇ ਉੱਥੇ ਹੀ ਮਿਕੀ ਜਿਮਸ ਆ ਜਾਂਦੇ, ਤੁਹਾਨੂੰ ਪਤਾ ਉਹਨਾਂ ਦਾ, ਤੇ ਉਹ ਕਹਿੰਦੇ ਨੇ ਕਿ ਮੈਂ ਆਈ ਐਮ ਅ 6 ਟਾਈਮ ਵੂਮਨ ਚੈਂਪੀਅਨ। ਤੇ ਉੱਥੇ ਨਟਾਲੀਆ ਤੇ ਲਾਨਾ ਆ ਜਾਂਦੇ ਆ, ਤੇ ਉਹ ਕਹਿੰਦੇ ਕਿ ਤੁਹਾਨੂੰ 6 ਚਾਂਸਸ ਮਿਲ ਚੁੱਕੇ ਆ, ਹੁਣ ਮਤਲਬ ਤੇਰਾ ਜਿਹੜਾ ਕਰੀਅਰ ਉਹ ਖਤਮ ਹੋ ਚੁੱਕਿਆ ਆ ਹਨਾ। ਤੇ ਉੱਥੇ ਹੁਣ ਮਤਲਬ ਲਾਨਾ ਦਾ ਤੇ ਮਿਕੀ ਜਿਮਸ ਦਾ ਮੈਚ ਆਉਂਦਾ, ਜਿੱਥੇ ਮਿਕੀ ਜਿਮਸ ਆਸਾਨੀ ਨਾਲ ਜਿੱਤ ਜਾਂਦੇ ਆ। ਸੋ ਆਪਾਂ ਨੂੰ ਕੱਲ ਨੂੰ ਇਹ ਵੀ ਦੇਖਣ ਨੂੰ ਮਿਲ ਸਕਦਾ ਕਿ ਮਿਕੀ ਜਿਮਸ ਵਰਸਸ ਆਸਕਾ, ਕਿ ਇਹਨਾਂ ਦਾ ਮੈਚ ਸਟਾਰਟ ਹੋ ਸਕਦਾ, ਜਾਂ ਨਟਾਲੀਆ ਦੇ ਨਾਲ ਹੁਣ ਮੈਚ ਲੱਗੂਗਾ। ਸੋ ਨਟਾਲੀਆ ਨੰਬਰ 1 ਕੰਟੈਂਡਰ ਬਣ ਕੇ ਕੁਝ ਇਦਾਂ ਦਾ ਮਿਲ ਸਕਦਾ। ਸੋ ਗਾਇਸ ਇਹ ਵੀਡੀਓ ਇੱਥੇ ਐਂਡ ਕਰਦੇ ਹਾਂ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ। ਸੋ ਕੱਲ ਦੀ ਰॉ ਦੀ ਵੀਡੀਓ ਨਾਲ